ਬਾਹਰਲਾ ਰੂਪ ਗੁਰੂ ਵਰਗਾ ਬਣਾ ਕੇ ਕੋਈ ਖਾਲਸਾ ਥੋੜ੍ਹੀ ਬਣ ਜਾਂਦਾ। ਬਾਹਰੋਂ ਰੂਪ ਤੇ ਨਕਲਚੀ ਬਣਾਉਂਦੇ ਆ। ਜਿਹੜਾ ਅਸਲੀ ਹੈ ਉਹ ਤੇ ਅੰਦਰੋਂ ਖਾਲਸ ਹੁੰਦਾ ਹੈ। ਕਦੇ ਵੀ ਕੋਈ ਵੀ ਰੂਪ ਜਿਹੜਾ ਇਸ ਧਰਤੀ ਤੇ ਹੋਇਆ ਹੈ ਨਾ, ਉਹ ਦੁਬਾਰਾ ਨਹੀਂ ਆਉਂਦਾ ਹੈ। ਪਰ ਲੋਕ ਉਹ ਜੋ ਪਿੱਛੇ ਰੂਪ ਹੋਇਆ ਸੀ ਨਾ ਗੁਰੂ ਦਾ, ਉਹਦੇ ਨਾਲ ਜੁੜ ਜਾਂਦੇ ਆ। ਤੇ ਜੋ ਸਾਹਮਣੇ ਹੈ ਉਹ ਨਹੀਂ ਦਿਖਾਈ ਦਿੰਦਾ। ਧਾਰਮਿਕ ਲੋਕ ਵੀ ਪਿੱਛੇ ਹੀ ਜੋੜ ਰਹੇ ਹਨ। ਦੇਖੋ ਤੁਸੀਂ ਛੋਟੇ ਬੱਚਿਆਂ ਨੂੰ ਵੀ ਜੋ ਪਿੱਛੇ ਗੁਰੂ ਪੀਰ ਪੈਗੰਬਰ ਹੋਏ ਸਨ, ਉਹਨਾਂ ਦੀਆਂ ਹਿਸਟਰੀਆਂ ਸੁਣਾਉਂਦੇ ਹਨ, ਉਹਨਾਂ ਦੀਆਂ ਫੋਟੋਆਂ, ਉਹਨਾਂ ਦਾ ਇਤਿਹਾਸ ਪੜ੍ਹਾਉਂਦੇ ਹਨ, ਉਹਨਾਂ ਬਾਰੇ ਹੀ ਦੱਸਦੇ ਹਨ। ਅਤੇ ਬੱਚਾ ਪਿੱਛੇ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਫਿਰ ਪਿੱਛੇ ਨੂੰ ਹੀ ਦੇਖਦਾ ਰਹਿੰਦਾ ਹੈ ਸਾਰੀ ਜ਼ਿੰਦਗੀ ਯਾਦ। ਅਤੇ ਜੋ ਸਾਹਮਣੇ ਹੈ ਉਹ ਦਿਖਾਈ ਨਹੀਂ ਦਿੰਦਾ, ਕਿਉਂ ਦੇਖ ਤੇ ਪਿੱਛੇ ਹੀ ਰਿਹਾ ਹੈ। ਆਹ ਦੇਖੋ, ਮੈਂ ਹੁਣੇ ਹੀ ਇੱਧਰ ਜੰਗਲ ਵੱਲ ਨੂੰ ਆ ਰਿਹਾ ਸੀ, ਅਤੇ ਰਸਤੇ ਵਿੱਚ ਕੁਛ ਨੌਜਵਾਨ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਰਹੇ ਸਨ। ਮੈਂ ਉਹਨਾਂ ਨੂੰ ਪੁੱਛਿਆ ਕੋਈ ਪ੍ਰੋਗਰਾਮ ਹੈ? ਕਹਿੰਦੇ ਹਾਂ ਜੀ। ਰਵਿਦਾਸ ਜੀ ਦਾ ਪੁਰਬ ਹੈ ਜੋ, ਉਹ ਮਨਾਉਣ ਵਾਸਤੇ ਇਹ ਬਾਲਣ ਇਕੱਠਾ ਕਰ ਰਹੇ ਹਾਂ। ਮੈਨੂੰ ਖਿਆਲ ਆਇਆ ਵੀ ਇਹਨਾਂ ਨੂੰ ਸਾਹਮਣੇ ਰਵਿਦਾਸ ਜੀ ਦਿਖਾਈ ਨਹੀਂ ਦਿੰਦੇ ਹਨ, ਦੇ ਨਹੀਂ ਸਕਦੇ ਹਨ, ਕਿਉਂਕਿ ਇਹਨਾਂ ਦੀਆਂ ਨਿਗਾਹਾਂ ਪਿੱਛੇ ਲੱਗੀਆਂ ਹੋਈਆਂ ਹਨ, ਪਿੱਛੇ ਹੋਏ ਸਨ। ਇੱਦਾਂ ਹੀ ਕਹਿੰਦੇ ਨਾ ਧਾਰਮਿਕ ਲੋਕ। ਹੁਣ ਬਾਬਾ ਨਾਨਕ ਜੀ ਸਾਹਮਣੇ ਵੀ ਆ ਜਾਣ ਤੇ ਸਿੱਖ ਦੇਖ ਥੋੜ੍ਹੀ ਸਕਦੇ ਹਨ। ਕਿਉਂਕਿ ਉਹਨਾਂ ਨੂੰ ਪਿਛਲਾ ਖਿਆਲ ਵਿੱਚ ਤੇ ਵੈਸਾ ਰੂਪ ਆਉਂਦਾ ਥੋੜ੍ਹੀ। ਨਾ ਹੀ ਵੈਸਾ ਰੂਪ ਹੋਵੇਗਾ, ਨਾ ਹੀ ਵੈਸੇ ਕੰਮ ਹੋਣਗੇ, ਨਾ ਹੀ ਵੈਸਾ ਸਮਾਂ ਹੈ। ਸਭ ਕੁਛ ਬਦਲ ਰਿਹਾ ਹੈ, ਤੂੰ ਤੇ ਬਦਲੇ ਹੋਏ ਸਮੇਂ ਦੇ ਨਾਲ ਖੜਾ ਹੋਵੇਗਾ। ਪਰ ਧਾਰਮਿਕ ਲੋਕ ਦੇਖਦੇ ਹਨ ਪਿੱਛੇ। ਜਿਵੇਂ ਕ੍ਰਿਸ਼ਨ ਨੂੰ ਮੰਨਣ ਵਾਲੇ, ਉਦੋਂ ਬਾਬੇ ਨਾਨਕ ਜੀ ਕ੍ਰਿਸ਼ਨ ਨੂੰ ਥੋੜ੍ਹੀ ਦੇਖ ਸਕੇ ਹਨ, ਕਿਉਂਕਿ ਉਹ ਤੇ ਬਾਂਸਰੀ ਵਾਲਾ ਕ੍ਰਿਸ਼ਨ ਨੂੰ ਮੰਨਦੇ ਸਨ ਵੀ ਵੈਸਾ ਉਹਨਾਂ ਦੀ ਅੱਖਾਂ ਦੇ ਵਿੱਚ ਖਿਆਲ ਦੇ ਵਿੱਚ ਬੈਠਾ ਹੋਇਆ ਸੀ। ਬਾਬੇ ਨਾਨਕ ਜੀ ਕ੍ਰਿਸ਼ਨ ਕਿਵੇਂ ਦਿਖਾਈ ਦੇ ਨਹੀਂ ਨਾ ਸਕਦਾ, ਨਵਾਂ ਰੂਪ ਹੈ। ਅਤੇ ਕ੍ਰਿਸ਼ਨ ਦੇ ਸਮੇਂ ਦੇ ਵਿੱਚ ਲੋਕ ਜ਼ਿਆਦਾਤਰ ਰਾਮ ਨਾਲ ਜੁੜੇ ਹੋਣਗੇ, ਤੋ ਰਾਮ ਚੰਦਰ ਨੂੰ ਮੰਨਦੇ ਹੋਣਗੇ ਮਰਿਆਦਾ ਪੁਰਸ਼ੋਤਮ। ਸਗੋਂ ਕ੍ਰਿਸ਼ਨ ਦਾ ਤੇ ਵਿਰੋਧ ਹੀ ਕਰਦੇ ਰਹੇ ਹੋਣੇ, ਕਿਉਂਕਿ ਇਹਨਾਂ ਨੇ ਮਰਿਆਦਾ ਕੋਈ ਮੰਨੀ ਨਹੀਂ, ਮਰਿਆਦਾ ਤੋੜੀਆਂ ਜ਼ਿਆਦਾ ਸੀ। ਤੇ ਉਦੋਂ ਕ੍ਰਿਸ਼ਨ ਦੇ ਵਿੱਚ ਰਾਮ ਨਹੀਂ ਸੀ ਦਿਖਾਈ ਦਿੰਦਾ। ਤੇ ਜਿਹੜੇ ਧਾਰਮਿਕ ਲੋਕ ਹਨ ਨਾ, ਜ਼ਿਆਦਾਤਰ ਪਿੱਛੇ ਨੂੰ ਦੇਖਦੇ ਰਹਿੰਦੇ ਆ, ਕਿਉਂਕਿ ਜ਼ਿਆਦਾਤਰ ਧਾਰਮਿਕ ਲੋਕ ਪਿੱਛੇ ਹੀ ਜੋੜਦੇ ਹਨ ਜੋ ਹੋ ਚੁੱਕੇ ਹਨ ਉਹਨਾਂ ਨਾਲ।
ਤੇ ਲੋਕਾਂ ਦੀ ਆਦਤ ਬਣ ਜਾਂਦੀ ਹੈ ਪਿੱਛੇ ਨੂੰ ਦੇਖਣ ਦੀ। ਜਿਵੇਂ ਰਿਵਰਸ ਗੇਅਰ ਹੁੰਦਾ ਹੈ ਨਾ ਗੱਡੀ ਦਾ, ਪਿੱਛੇ ਨੂੰ ਤੁਰੀ ਜਾਂਦੀ, ਇੱਦਾਂ ਲੋਕ ਪਿੱਛੇ ਨੂੰ ਦੇਖੀ ਜਾਂਦੇ। ਜੋ ਸਾਹਮਣੇ ਹੈ ਉਹਨੂੰ ਨਹੀਂ ਦੇਖ ਪਾਉਂਦੇ ਕਿ ਸਾਹਮਣੇ ਦੇਖਣ ਵਾਸਤੇ ਪਿੱਛਾ ਛੱਡਣਾ ਪਵੇਗਾ ਨਾ। ਪਿਛਲਾ ਆਕਾਰ ਜੋ ਤੁਹਾਡੇ ਅੰਦਰ ਬੈਠਾ ਹੋਇਆ ਹੈ, ਪਿਛਲੇ ਖਿਆਲ ਗੁਰੂਆਂ ਪੀਰਾਂ ਪੈਗੰਬਰਾਂ ਦੇ ਸਾਰੇ ਹੀ ਛੱਡਣੇ ਪੈਣਗੇ, ਤਾਂ ਤੁਹਾਨੂੰ ਸਾਹਮਣੇ ਦਿਖੂਗਾ ਮੌਜੂਦਾ। ਕਿਉਂਕਿ ਉਹ ਨਵਾਂ ਰੂਪ ਹੈ, ਨਵਾਂ ਰੰਗ ਹੈ। ਜੋ ਸਾਹਮਣੇ ਹੈ, ਸਾਹਮਣੇ ਨੂੰ ਦੇਖਣ ਵਾਸਤੇ ਤੁਹਾਨੂੰ ਵਰਤਮਾਨ 'ਚ ਆਉਣਾ ਪਵੇਗਾ, ਸ਼ਾਸ਼ਵਤ ਵਿੱਚ ਆਉਣਾ ਪਵੇਗਾ। ਸਾਰੇ ਹੀ ਪਿਛਲੀ ਜੋ ਵੀ ਮੈਲ ਹੈ ਮਨ ਦੀ ਧੋਣੀ ਪਵੇਗੀ। ਇਹੋ ਹੀ ਮੈਲ ਹੈ। ਖਿਆਲ ਵਿੱਚ ਰੱਖੋ, ਆਦਮੀ ਸੋਚਦਾ ਹੈ ਨਾ ਵੀ ਬੁਰੇ ਬੁਰੇ ਵਿਚਾਰ ਨਾ ਹੋਣਗੇ ਤੇ ਮਨ ਸ਼ੁੱਧ ਹੋ ਗਿਆ। ਇਹ ਧਾਰਮਿਕ ਲੋਕ ਕਹਿੰਦੇ ਹਨ ਵੀ ਮਨ ਸ਼ੁੱਧ ਕਰਨਾ ਹੈ, ਬੁਰੇ ਖਿਆਲਾਤ ਨਾ ਹੋਣ, ਬੁਰੇ ਵਿਚਾਰ ਨਾ ਹੋਣ। ਤੇ ਜੋ ਜੋ ਵੀ ਉਹਨਾਂ ਨੇ ਨਿਯਮ ਬਣਾਏ ਹਨ ਉਹਨਾਂ ਦੀ ਪਾਲਣਾ ਕਰ ਰਿਹਾ ਹੋਵੇ, ਤੇ ਜੋ ਜੋ ਵੀ ਗੱਲਾਂ ਤੋਂ ਬਚਿਆ ਕਿਹਾ ਹੈ ਬਚਣ ਵਾਸਤੇ ਬਚ ਰਿਹਾ ਹੋਵੇ, ਕਹਿੰਦੇ ਹਨ ਵੀ ਸ਼ੁੱਧ ਹੈ। ਨਹੀਂ, ਬੁਰੇ ਵਿਚਾਰਾਂ ਕਰਕੇ ਅਸ਼ੁੱਧ ਤੇ ਹੈ ਹੀ। ਵਿਚਾਰਾਂ ਕਰਕੇ ਅਸ਼ੁੱਧ ਹੈ ਮਨ, ਭਾਵੇਂ ਉਹ ਬੁਰੇ ਵਿਚਾਰ ਹਨ ਜਾਂ ਭਲੇ ਵਿਚਾਰ ਹਨ। ਤੋ ਸਾਰੇ ਦੇ ਸਾਰੇ ਹੀ ਛੱਡਣੇ ਹਨ। ਅੰਦਰੋਂ ਇਹੋ ਹੀ ਕੱਢਣਾ ਹੈ ਸਾਰਾ ਕੁਝ। ਪਿਛਲੀਆਂ ਧਾਰਨਾਵਾਂ ਧਾਰਮਿਕ ਲੋਕਾਂ ਨੇ ਜੋ ਤੁਹਾਡੇ ਅੰਦਰ ਪਾਈਆਂ ਉਹ ਸਾਰੀਆਂ ਹੀ ਕੱਢੋਗੇ, ਤਾਂ ਹੀ ਸਾਫ਼ ਹੋਵੋਗੇ ਨਾ। ਜੋ ਜੋ ਸਿਖਾਇਆ ਹੈ, ਜੋ ਪੜ੍ਹਾਇਆ ਹੈ, ਬਹੁਤ ਮੁਸ਼ਕਿਲ ਹੈ ਅੰਦਰ ਛੱਡਣਾ। ਲੋਕ ਛੱਡ ਨਹੀਂ ਪਾ ਰਹੇ ਹਨ। ਮੈਂ ਵੀ ਦੇਖਿਆ ਹੈ ਨਾ, ਭਾਵੇਂ ਸੁਣ ਵੀ ਰਹੇ ਹਨ ਬਹੁਤ ਸਾਰੇ ਸਰੋਤੇ, ਫਿਰ ਵੀ ਉਹਨਾਂ ਹੀ ਧਾਰਨਾ ਦੇ ਨਾਲ ਜੁੜੇ ਹੋਏ ਹਨ ਜੋ ਪਿੱਛੇ ਧਾਰਮਿਕ ਲੋਕਾਂ ਨੇ ਸਿਖਾਈਆਂ, ਉੱਦਾਂ ਹੀ ਚੱਲ ਰਹੇ। ਜੇ ਕੱਢੋਗੇ ਨਹੀਂ ਤਾਂ ਫਿਰ ਸਾਹਮਣੇ ਦੇਖੋਗੇ ਵੀ ਨਹੀਂ, ਨਾ ਹੀ ਸਾਹਮਣੇ ਸੁਣੋਗੇ। ਖਿਆਲ ਵਿੱਚ ਰੱਖੋ, ਜੋ ਸਾਹਮਣੇ ਹੈ ਉਹਦੇ ਨਾਲ ਤੁਹਾਨੂੰ ਸਾਹਮਣੇ ਹੀ ਸਨਮੁਖ ਹੀ ਆਉਣਾ ਪਵੇਗਾ। ਪਿਛਲਾ ਛੱਡਣਾ ਪਵੇਗਾ ਤੇ ਅਗਲਾ ਤੇ ਆਇਆ ਨਹੀਂ ਹੈ, ਉਧਰ ਨੂੰ ਤੇ ਦੇਖਣਾ ਹੀ ਨਹੀਂ ਹੈ, ਤਾਂ ਹੀ ਸਾਹਮਣੇ ਦੇਖੋਗੇ ਤੁਸੀਂ। ਤੇ ਜਿਹੜਾ ਸਾਹਮਣੇ ਹੈ ਨਾ ਉਹ ਕਹਿੰਦਾ ਹੈ ਵੀ ਵਾਸਤਵਿਕ ਦੇ ਵਿੱਚ ਉਹ ਜੋ ਖਾਲਸ ਸਥਾਨ ਹੈ ਨਾ ਉਹ ਬਾਹਰ ਨਹੀਂ ਹੈ। ਜਿਨ੍ਹਾਂ ਦੀ ਗੁਰੂ ਸਾਹਿਬਾਂ ਨੇ ਗੱਲ ਕੀਤੀ, ਉਹ ਖਾਲਸ ਸਥਾਨ ਤੁਹਾਡੇ ਅੰਦਰ ਹੈ। ਅੰਦਰੋਂ ਖਾਲਸ ਹੋ ਜਾਓ ਤੇ ਤੁਸੀਂ ਉਸ ਸਥਾਨ ਤੇ ਪਹੁੰਚ ਜਾਓਗੇ। ਅੰਦਰੋਂ ਸ਼ੁੱਧ ਹੋ ਜਾਓ, ਪਵਿੱਤਰ ਹੋ ਜਾਓ, ਪਾਵਨ ਹੋ ਜਾਓ। ਫਿਰ ਅੰਦਰੋਂ ਹੋਣ ਵਾਸਤੇ ਜਿਹਦੇ ਨਾਲ ਮਨ ਅਸ਼ੁੱਧ ਹੋ ਰਿਹਾ ਹੈ ਉਧਰੋਂ ਧਿਆਨ ਹਟਾਉਣਾ ਪਵੇਗਾ। ਸੰਸਾਰਿਕ ਵਿਚਾਰਾਂ ਨਾਲ ਅਸ਼ੁੱਧ ਹੋ ਰਿਹਾ ਹੈ, ਸੰਸਾਰ ਦੇ ਧਿਆਨ ਨਾਲ ਅਸ਼ੁੱਧ ਹੋ ਰਿਹਾ ਹੈ, ਸੰਸਾਰ ਦੀ ਕਾਮਨਾਵਾਂ ਨਾਲ ਅਸ਼ੁੱਧ ਹੋ ਰਿਹਾ ਹੈ, ਸੋਚਣ ਕਰਕੇ ਅਸ਼ੁੱਧ ਹੋ ਰਿਹਾ ਹੈ, ਝੂਠ ਨੂੰ ਸੋਚਣ ਕਰਕੇ ਅਸ਼ੁੱਧ ਹੋ ਰਿਹਾ ਹੈ। ਝੂਠਾ ਹੋਈ ਜਾਂਦਾ, ਝੂਠਾ ਹੋਈ ਜਾਂਦਾ। ਝੂਠੇ ਝੂਠਾ ਮੁਖ ਵਸੇ, ਨਿਤ ਨਿਤ ਹੋਏ ਖੁਆਰ। ਲੋਕ ਸੋਚਦੇ ਹਨ ਝੂਠ ਬੋਲਣਾ, ਝੂਠ ਬੋਲਣ ਵਾਲਾ ਝੂਠਾ ਨਹੀਂ ਹੁੰਦਾ ਹੈ, ਜਿਹੜਾ ਝੂਠ ਦੇ ਨਾਲ ਜੁੜਿਆ ਹੋਇਆ ਹੈ। ਜਗ ਰਚਨਾ ਸਭ ਝੂਠ ਹੈ। ਜਿਹੜਾ ਕੂੜ ਨਾਲ ਜੁੜਿਆ ਹੋਇਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ, ਕੂੜ ਕੂੜੇ ਨੇਹੋਂ ਲੱਗਾ ਬਿਸਰਿਆ ਕਰਤਾ।
ਕੂੜ ਦੇ ਨਾਲ ਨੇਹੋਂ ਲੱਗ ਗਿਆ, ਝੂਠ ਦੇ ਨਾਲ ਪ੍ਰੀਤ ਲੱਗ ਗਈ, ਤੇ ਕਰਤਾਰ ਵਿਸਰ ਗਿਆ, ਸੱਚ ਵਿਸਰ ਗਿਆ। ਸੱਚ ਵਿਸਰਿਆ ਕਿਵੇਂ? ਝੂਠ ਦੇ ਨਾਲ ਪ੍ਰੀਤ ਪੈ ਗਈ, ਝੂਠੀ ਪ੍ਰੀਤ ਪੈ ਗਈ। ਜਗਤ में ਝੂਠੀ ਦੇਖੀ ਪ੍ਰੀਤ, ਜਗਤ ਦੀ ਝੂਠੀ ਪ੍ਰੀਤ ਹੈ, ਸੱਚ ਦੇ ਨਾਲ ਸੱਚੀ ਪ੍ਰੀਤ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਆਵਰ ਸੰਗ ਤੋਰੀ। ਦੇਖੋ ਕਿੰਨਾ ਪਿਆਰਾ ਉਪਦੇਸ਼। ਕਹਿੰਦੇ ਬਾਕੀਆਂ ਸਾਰਿਆਂ ਨਾਲ ਤੋੜ ਦਿੱਤੀ, ਕਿਉਂਕਿ ਸੱਚ ਦੇ ਨਾਲ ਜੋੜ ਲਈ ਪ੍ਰੀਤ। ਤੇ ਜਿਹੜਾ ਸੱਚ ਹੈ ਨਾ, ਉਹ ਹੀ ਖਾਲਸ ਹੈ, ਉਹ ਹੀ ਪਵਿੱਤਰ ਹੈ, ਉਹ ਹੀ ਪਨੀਤ ਹੈ ਕਹਿ ਲਈਏ। ਤੇ ਉਹਦੇ 'ਚ ਜਿਹੜਾ ਪਹੁੰਚ ਜਾਂਦਾ ਹੈ ਨਾ, ਉਹ ਪਹੁੰਚ ਗਿਆ ਖਾਲਸ ਸਥਾਨ 'ਚ। ਤੇ ਮੈਂ ਕਹਿਣਾ ਚਾਹੁੰਦਾ ਹਾਂ ਇਹ ਸਿੱਖਾਂ ਨੂੰ ਵੀ ਜਿੰਨੇ ਵੀ ਖਾਲਸ ਸਥਾਨ ਦੇ ਵਿੱਚ ਜਾਣਾ ਹੈ ਨਾ, ਤੇ ਆਓ ਮੈਂ ਤੁਹਾਨੂੰ ਦੱਸਦਾ ਹਾਂ ਰਸਤਾ। ਬਾਹਰ ਨਾ ਮੰਗੋ, ਕਿੰਨਾ ਕੁ ਮੰਗ ਰਹੇ ਹੋ। ਬਾਹਰ ਹੈ ਵੀ ਨਹੀਂ ਕਿਤੇ, सब झूठे हन स्थान, सब नाशवान है बाहर। बारों की प्रीत बनाई रचपत रहत नहीं दिन चार, तैसे ही सुख माया की उर्जो कहाँ गवार। सब झूठ है, मिथ्या है, मिट रहा है। बाहर ना मंगो। आओ मैं तुहानू तरीका दसदा, ਤੁਸੀਂ ਆਰਾਮ ਦੇ ਨਾਲ ਬਿਨਾਂ ਲੜਾਈ ਝਗੜੇ ਤੋਂ। ਦੇਖੋ ਬਾਹਰ ਸਥਾਨ ਨੂੰ ਲੈਣ ਵਾਸਤੇ ਤਾਂ ਕਿੰਨਾ ਕੁਛ ਸੰਘਰਸ਼ ਕਰਨਾ ਪਵੇਗਾ, ਫਿਰ ਵੀ ਝੂਠਾ ਸਥਾਨ ਮਿਲਦਾ ਹੈ। ਮਿਲੇਗਾ ਵੀ ਤਾਂ ਉੱਥੇ ਵੀ ਝਗੜਾ ਚੱਲਦਾ ਹੀ ਰਹੇਗਾ, ਸ਼ਾਂਤੀ ਥੋੜ੍ਹੀ ਮਿਲੇਗੀ। ਪਰ ਅੰਦਰਲੇ ਸਥਾਨ 'ਤੇ ਤੁਸੀਂ ਪਹੁੰਚ ਗਏ, ਉੱਥੇ ਕੋਈ ਝਗੜਾ ਹੀ ਨਹੀਂ, ਨਾ ਕਿਸੇ ਨਾਲ ਲੜਨਾ ਹੈ ਨਾ ਭਿੜਨਾ ਹੈ। ਦੇਖੋ ਬਹੁਤ ਹੀ ਸਹਿਜਤਾ ਦੇ ਨਾਲ ਤੁਸੀਂ ਉਸ ਸਥਾਨ 'ਤੇ ਪਹੁੰਚ ਸਕਦੇ। ਉਹ ਫਿਰ ਸਦਾ ਵਾਸਤੇ ਹੀ ਪਹੁੰਚ ਜਾਓਗੇ ਉਸ ਸਥਾਨ 'ਤੇ, ਜਿਹੜਾ ਖਾਲਸ ਹੈ। ਸਦਾ ਵਾਸਤੇ ਹੀ ਉਹ ਤੁਹਾਡਾ ਹੋ ਜਾਵੇ। ਦੇਖੋ ਐਸਾ ਸਥਾਨ ਵੀ ਹੈ ਜਿਹੜੇ ਸਥਾਨ 'ਤੇ ਤੁਸੀਂ ਆਪਣਾ ਘਰ ਬਣਾ ਸਕਦੇ ਹੋ। ਜਿਹ ਘਰ ਤੂੰ ਰਹਿਣਾ ਬਸਣਾ ਸੋ ਕਰ ਦੇਵ ਬਸ, ਉੱਥੇ ਸਦਾ ਹੀ ਰਹਿਣਾ ਹੈ, ਸਦਾ ਹੀ ਵਸਣਾ ਹੈ। ਇਹ ਬਾਹਰਲੇ ਤਾਂ ਛੁੱਟ ਜਾਣੇ ਹੈ, ਬਾਹਰਲੇ ਸਥਾਨ ਵੀ ਛੁੱਟ ਜਾਣੇ, ਸਥਾਨਾਂ ਦੇ ਘਰ ਵੀ ਛੁੱਟ ਜਾਣੇ।